Hello students, this is Jagdeep Singh and I am a teacher of Guru Hargobind Public High School Fatehgarh. So today we will discuss a very beautiful poem, The Squirrel. This poem is in the 7th class. So this is the 4th lesson of the 7th class. This is the English lecture. So before the poem, here is a little illustration. Have you seen a squirrel sitting and eating a nut? ਕਹਿੰਦੇ ਤੁਸੀਂ ਕਦੇ ਫਸਟ ਆਫ ਆਲ ਵਾਟ ਇਜ਼ ਸquirrel? ਸquirrel ਕੀ ਹੁੰਦੀ ਹੈ? ਇੱਕ ਗਲਹਿਰੀ ਨੂੰ ਜਿਵੇਂ ਆਪਾਂ ਕਹਿੰਦੇ ਆ, ਜਿਵੇਂ ਆਪਣੇ ਘਰਾਂ ਦੇ ਵਿੱਚ ਹੁੰਦੀ ਹੈ ਗਲਹਿਰੀ. ਹੇਅਰ ਇਜ਼ ਅ ਫੋਟੋ ਆਫ ਦਾ squirrel. ਸੋ ਉਹ ਪੁੱਛਦਾ ਸਭ ਤੋਂ ਪਹਿਲਾਂ ਪੋਇਮ ਸ਼ੁਰੂ ਕਰਨ ਤੋਂ ਪਹਿਲਾਂ ਜੋ ਪੋਇਟ ਹੈ ਕਿ ਤੁਸੀਂ ਕਦੇ squirrel ਦੇਖੀ ਹੈ? ਕਦੇ ਬੈਠੀ ਹੋਈ ਜਾਂ ਮੂੰਗਫਲੀ ਖਾਂਦੀ ਹੋਈ? ਨਟ ਦਾ ਮਤਲਬ ਹੁੰਦਾ ਹੈ ਜੋ ਮੂੰਗਫਲੀ ਖਾਣਾ, ਮੀਨਸ ਮੂੰਗਫਲੀ. ਸੋ ਤੁਸੀਂ ਕਦੇ ਕਹਿੰਦੇ ਦੇਖੀ ਹੈ. ਸੋ ਨਾਓ ਕਮ ਟੂ ਦਾ ਪੋਇਮ. ਹੀ ਬੋਰ ਅ ਕੁਐਸਚਨ ਮਾਰਕ ਫॉर ਅ ਟੇਲ. ਕਹਿੰਦੇ ਉਸਨੇ ਇਸ ਤਰ੍ਹਾਂ ਲੱਗਦਾ ਜਿਵੇਂ ਉਸਦੀ ਜਿਹੜੀ ਪੂਛ ਹੈ ਉਸ 'ਤੇ ਕੁਐਸਚਨ ਮਾਰਕ ਪਹਿਨਿਆ ਹੋਵੇ. ਤੁਸੀਂ ਅਕਸਰ ਦੇਖੋਗੇ ਜੇ ਗਲਹਿਰੀ ਦੀ ਜੋ ਟੇਲ ਹੁੰਦੀ ਹੈ ਉਹ ਕੁਐਸਚਨ ਮਾਰਕ ਵਾਂਗ ਹੁੰਦੀ ਹੈ. ਸੋ ਇੱਥੇ ਜੋ ਪੋਇਟ ਹੈ ਉਹ ਕਹਿ ਰਿਹਾ ਕਿ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਉਸਦੀ ਪੂਛ 'ਤੇ ਉਸਨੇ ਕੁਐਸਚਨ ਮਾਰਕ ਪਹਿਨਿਆ ਹੋਵੇ. ਐਨ ਓਵਰਕੋਟ ਆਫ ਗ੍ਰੇ. ਅਤੇ ਇਸ ਤਰ੍ਹਾਂ ਲੱਗਦਾ ਸੀ ਜਿਵੇਂ ਓਵਰਕੋਟ ਕਿਹੜੇ ਰੰਗ ਦਾ ਪਹਿਨਿਆ ਹੋਵੇ ਉਸਨੇ? ਗ੍ਰੇ ਕਲਰ ਦਾ. ਤੁਸੀਂ ਦੇਖੋਗੇ ਜਿਹੜੀ ਗਲਹਿਰੀ ਹੁੰਦੀ ਹੈ ਉਹ ਫਲਫੀ ਜੀ ਹੁੰਦੀ ਹੈ, ਜੋ ਮੀਨਸ ਉਹਦੀ ਜਿਹੜੀ ਫਰ ਹੁੰਦਾ ਉੱਪਰ, ਜੋ ਉਸਦੇ ਬਾਲ ਹੁੰਦੇ ਨੇ ਉਹ ਐਵੇਂ ਲੱਗਦਾ ਹੁੰਦਾ ਜਿਵੇਂ ਬਹੁਤ ਕੋਈ ਮੋਟਾ ਜਿਹਾ ਕੁਛ ਪਹਿਨਿਆ ਹੋਵੇ. ਸੋ ਓਵਰਕੋਟ ਦਾ ਮਤਲਬ ਜੋ ਆਪਾਂ ਕੋਟ ਦੇ ਉੱਪਰ ਦੀ ਪਹਿਨਦੇ ਹਾਂ. ਸੋ ਉਹਦੀ ਜਿਹੜੀ ਸਕਿਨ ਸੀ, ਜੋ ਫਰ ਸੀ, ਉਹ ਐਂ ਲੱਗਦਾ ਸੀ ਜਿਵੇਂ ਉਸਨੇ ਓਵਰਕੋਟ ਪਹਿਨਿਆ ਹੋਵੇ. ਕਿਹੜੇ ਕਲਰ ਦਾ? ਗ੍ਰੇ ਕਲਰ ਦਾ. Here you can look, this is totally like a gray color. So next line, he sat up straight to eat a nut. ਉਹ ਸਿੱਧਾ ਬਹਿ ਜਾਂਦਾ. ਇੱਥੇ ਮੇਲ ਸਕੁਇਰਲ ਦੀ ਗੱਲ ਹੋ ਰਹੀ ਹੈ. ਉਹ ਸਿੱਧਾ ਬਹਿ ਜਾਂਦਾ ਇੱਕ ਮੂੰਗਫਲੀ ਖਾਣ ਵਾਸਤੇ. ਫੇਵਰਟ ਫੂਡ ਕੀ ਹੁੰਦਾ ਹੈ ਸਕੁਇਰਲ ਦਾ, ਗਲਹਿਰੀ ਦਾ? ਮੂੰਗਫਲੀ. ਤੁਸੀਂ ਦੇਖੋਗੇ ਕਦੇ ਵੀ ਗਲਹਿਰੀ ਤੁਹਾਡੇ ਘਰਾਂ ਦੇ ਵਿੱਚ ਆਮ ਹੁੰਦੀ ਹੈ, ਉਹਨਾਂ ਦਾ ਇੱਕ ਪੋਜੀਸ਼ਨ ਹੁੰਦੀ ਹੈ, ਇੱਕ ਓਰੀਐਂਟੇਸ਼ਨ ਹੁੰਦੀ ਹੈ ਬੈਠ ਕੇ ਕੋਈ ਵੀ ਚੀਜ਼ ਖਾਣ ਦੀ. ਸੋ ਉਸ ਤਰ੍ਹਾਂ ਬੈਠਣ ਦੀ ਗੱਲ ਹੋ ਰਹੀ ਹੈ ਇੱਥੇ. ਹੀ ਲਾਈਕਡ ਟੂ ਟੀਜ਼ ਐਂਡ ਪਲੇ. ਉਸਨੂੰ ਚਿੜਾਉਣਾ ਜਾਂ ਕਿਸੇ ਦਾ ਮੀਨਸ ਕਿਸੇ ਦੇ ਪਿੱਛੇ ਭੱਜਣਾ, ਖੇਡਣਾ, ਇਹ ਸਾਰੀਆਂ ਚੀਜ਼ਾਂ ਕੀ ਨੇ ਉਸਨੂੰ ਬਹੁਤ ਜ਼ਿਆਦਾ ਪਸੰਦ ਨੇ. ਸੋ ਹੀ ਲਾਈਕਡ ਟੂ ਟੀਜ਼. ਬੇਸਿਕਲੀ ਟੀਜ਼ ਦਾ ਮਤਲਬ ਹੁੰਦਾ ਕਿਸੇ ਦਾ ਮਜ਼ਾਕ ਉਡਾਉਣਾ. ਸੋ ਇੱਥੇ ਆਪਾਂ ਕਹਿ ਸਕਦੇ ਹਾਂ ਚਿੜਾਉਣਾ ਉਸਨੂੰ ਬਹੁਤ ਜ਼ਿਆਦਾ ਪਸੰਦ ਹੈ. ਐਂਡ ਇਫ ਵੀ ਰੇਨ ਅਰਾਊਂਡ ਹਿਸਟਰੀ. ਇੱਥੇ ਜਿਹੜਾ ਪੋਇਟ ਹੈ ਉਹ ਦੱਸ ਰਿਹਾ ਕਿ ਜਦੋਂ ਅਸੀਂ ਉਸਦੇ ਕੋਲ ਜਾਂਦੇ ਹਾਂ, ਉਹਦੇ ਮੀਨਸ ਜਿੱਥੇ ਉਹ ਟਰੀ ਦੇ ਆਲੇ ਦੁਆਲੇ ਰਹਿੰਦੀ ਹੈ, ਜਦੋਂ ਅਸੀਂ ਉਹ ਟਰੀ ਦੇ ਕੋਲ ਜਾਂਦੇ ਹਾਂ, ਹੀ ਵੈਂਟ ਦਾ ਅਦਰ ਵੇ. ਉਹ ਕਿਸੇ ਹੋਰ ਰਸਤੇ ਚਲਾ ਜਾਂਦਾ, ਮੀਨਸ ਦੂਰ ਭੱਜ ਜਾਂਦਾ. ਸੋ ਦਿਸ ਇਜ਼ ਦਾ ਪੋਇਮ ਐਂਡ ਦਿਸ ਪੋਇਮ ਇਜ਼ ਰਿਟਨ ਬਾਏ ਮਾਈਲਡਰੈਡ ਬੋਰਜ ਆਰਮਸਟਰੋਂਗ. ਇਸ ਜੋ ਇੱਕ ਕਵੀ ਹੈ, ਜੋ ਇਹ ਪੋਇਟ ਹੈ, ਉਸਨੇ ਇਹ ਪੋਇਮ ਲਿਖੀ ਹੈ. ਲਿਟਰਲੀ ਕੋਈ ਰਾਈਟਰ ਹੋਏਗਾ, ਉਹ ਬੈਠਾ ਹੋਏਗਾ, ਉਸਨੇ ਕੋਈ ਸਕੁਇਰਲ ਦੇਖੀ, ਕੋਈ ਗਲਹਿਰੀ ਦੇਖੀ ਅਤੇ ਉਸਨੇ ਇੱਕ ਪੋਇਮ ਲਿਖ ਦਿੱਤੀ. ਐਂਡ ਦਿਸ ਪੋਇਮ ਇਜ਼ ਪ੍ਰੀਟੀ ਬਿਊਟੀਫੁਲ. This poem is pretty beautiful and you can also write this kind of poems if you want. And hope you understand the poem. This is a very small poem, only 6 lines are there in the poem and you have to memorize the name of the poet. It's important for the exam purpose. So now what is the homework? What you have to do for your notebooks? Yes, here are the questions which you have to write on your fair notebooks. What is the first question? Why does the poet say squirrel wore a question mark for a tail? Describe a squirrel's tail. ਉਹ ਕਹਿ ਰਿਹਾ ਕਿ ਉਸਨੇ ਐਵੇਂ ਕਿਉਂ ਕਿਹਾ ਕਿ ਜਿਹੜਾ ਸਕਿਰਲ ਦੀ ਟੇਲ ਸੀ ਉਹ ਕੁਐਸਚਨ ਮਾਰਕ ਵਰਗੀ ਸੀ? ਕਿਉਂਕਿ ਜੋ ਸਕਿਰਲ ਦੀ ਟੇਲ ਹੁੰਦੀ ਹੈ ਉਹ ਜਦੋਂ ਵੀ ਮੀਨਸ ਸਿੱਧੀ ਨਹੀਂ ਹੁੰਦੀ ਬਿਲਕੁਲ. ਉਹ ਇੱਕ ਜੋ ਟੋ ਹੁੰਦਾ, ਐਂਡ ਹੁੰਦਾ ਹੈਗਾ ਸਕਿਰਲ ਦਾ ਟੇਲ ਦਾ, ਉਹ ਬਿਲਕੁਲ ਮੁੜਿਆ ਹੁੰਦਾ. ਸੋ ਤਾਂ ਕਰਕੇ ਸਕਿਰਲ ਦਾ ਜੋ ਉਸਨੇ ਕਿਹਾ ਸੀਗਾ ਤਾਂ ਕਰਕੇ ਉਹ ਸੀਗਾ ਕੁਐਸਚਨ ਮਾਰਕ ਵਰਗਾ ਸੀ. ਲੈਟ ਮੀ ਸ਼ੋ ਯੂ ਹੇਅਰ ਦ ਆਂਸਰ. ਦ ਪੋਇਟ ਸੇਜ਼ ਦੈਟ the squirrel wore a question mark for the tail because the tail was bent in such a manner, ਇਸ ਤਰ੍ਹਾਂ ਮੁੜੀ ਹੋਈ ਸੀ, that it resembled a question mark. ਉਹ ਕਿਸ ਵਰਗੀ ਲੱਗ ਰਹੀ ਸੀ? ਇੱਕ ਕੁਐਸਚਨ ਮਾਰਕ ਵਰਗੀ. ਰਿਜ਼ੈਂਬਲ ਦਾ ਮਤਲਬ ਹੁੰਦਾ ਕਿਸੇ ਚੀਜ਼ ਦੇ ਵਰਗਾ ਲੱਗਣਾ.
ਸੋ ਉਹ ਇੱਕ ਕੁਐਸਚਨ ਮਾਰਕ ਵਰਗੀ ਲੱਗ ਰਹੀ ਸੀ। ਦ ਸਕੁਇਰਲ ਹੈਜ਼ ਅ ਲੌਂਗ ਫਲਫੀ ਐਂਡ ਬਲਸ਼ੀ ਟੇਲ। ਇੱਕ ਮੀਨਸ ਫਲਫੀ ਹੁੰਦਾ ਕੋਈ ਮੋਟੀ ਜਿਹੀ ਚੀਜ਼ ਹੋਣੀ, ਤੇ ਵਸ਼ੀ ਹੁੰਦੇ ਮੀਨਸ ਫਰ ਸੀ ਉਹਦੇ ਉੱਪਰ ਕਰੜੀ ਕਰੜੀ ਜੀ, ਇਸ ਤਰ੍ਹਾਂ ਦੀ ਟੇਲ ਸੀ। ਦ ਟੈਕਸਚਰ ਆਫ ਦ ਫਰ, ਜੋ ਮੀਨਸ ਫਰ ਸੀ ਉੱਪਰਲੇ ਦੇ ਵਾਲ ਸੀ, ਉਹ ਕੀ ਸੀ, ਆਫ ਦ ਟੇਲ, ਟੇਲ ਦੇ ਸਮੂਥ ਐਂਡ ਸਿਲਕੀ। ਸੋ ਸਿਲਕੀ ਤੇ ਸਮੂਥ ਸੀ ਉਹਦੇ ਟੇਲ ਦੇ ਵਾਲ। ਸੋ ਵਟ ਇਜ਼ ਦ ਨੈਕਸਟ ਕੁਐਸਚਨ। ਕੰਸਲਟ ਅ ਡਿਕਸ਼ਨਰੀ ਟੂ ਫਾਈਂਡ ਆਊਟ ਹਾਊ ਵੀਅਰ ਇਜ਼ ਯੂਜ਼ਡ ਇਨ ਡਿਫਰੈਂਟ ਵੇਜ਼। ਆਪਣੀ ਜੋ ਵੀਅਰ ਵਰਡ ਹੈ ਉਹ ਕਿੰਨੇ ਕਿੰਨੇ ਵੇਜ਼ ਵਾਸਤੇ ਆਪਾਂ ਯੂਜ਼ ਕਰਦੇ ਹਾਂ ਉਹ ਦੱਸਣਾ ਹੈ। ਸੋ ਦੈਨ ਦ ਥਿੰਕ ਰਾਈਟ ਐਂਡ ਵਾਈ ਵੀ ਸੇ ਐਨ ਐਨੀਮਲ ਵੀਅਰਸ ਅ ਕੋਟ। ਆਪਾਂ ਕਿਉਂ ਕਹਿੰਦੇ ਹਾਂ, ਲੈਟ ਮੀ ਸ਼ੋ ਯੂ ਦ ਆਨਸਰ ਐਂਡ ਆਈ ਵਿਲ ਟਰਾਈ ਟੂ ਮੇਕ ਅੰਡਰਸਟੈਂਡ ਯੂ ਦ ਆਨਸਰ। ਦ ਵਰਡ ਵੀਅਰ ਕੈਨ ਬੀ ਯੂਜ਼ਡ ਇਨ ਵੇਰੀਅਸ ਕੰਟੈਕਸਟ। ਆਪਾਂ ਕਈ ਤਰੀਕਿਆਂ ਨਾਲ ਵੀਅਰ ਨੂੰ ਯੂਜ਼ ਕਰ ਸਕਦੇ ਹਾਂ। ਫਸਟ ਆਫ ਆਲ ਆਪਾਂ ਕਿਵੇਂ ਯੂਜ਼ ਕਰਦੇ ਹਾਂ, ਜੇ ਆਪਾਂ ਨੋਰਮਲੀ ਕਹਿੰਦੇ ਹਾਂ ਕਿ ਮੈਂ ਇਸ ਤਰ੍ਹਾਂ ਦਾ ਕੱਪੜਾ ਪਹਿਨਿਆ ਹੋਇਆ ਸੀ। ਵੀਅਰ ਦਾ ਮਤਲਬ ਹੁੰਦਾ ਪਹਿਨਣਾ। ਸੋ ਇਟ ਮੀਨਸ ਟੂ ਹੈਵ ਸਮਥਿੰਗ ਔਨ ਦ ਬੋਡੀ। ਦੇਖੋ ਪਹਿਨਣਾ, ਆਪਣੀ ਬੋਡੀ ਉੱਪਰ ਕੋਈ ਚੀਜ਼ ਹੋਣੀ, ਉਹਨੂੰ ਕਹਿੰਦੇ ਆ ਵੀਅਰ। ਇਨ ਦ ਫਾਰਮ ਆਫ ਕਲੋਥਸ ਮੀਨਸ ਕੱਪੜਿਆਂ ਦੇ ਰੂਪ 'ਚ, ਡੈਕੋਰੇਸ਼ਨਸ ਐਂਡ ਪ੍ਰੋਟੈਕਸ਼ਨ, ਆਰਮਰ ਵਗੈਰਾ ਪਹਿਨਿਆ ਹੋਇਆ। ਜਾਂ ਆਪਾਂ ਮੇਕਅਪ ਨੂੰ ਵੀ ਕਹਿੰਦੇ ਵੀਅਰ। ਫੋਰ ਐਗਜ਼ਾਮਪਲ ਸ਼ੀ ਵੀਅਰਸ ਅ ਬਲੈਕ ਡਰੈਸ, ਉਸਨੇ ਇੱਕ ਬਲੈਕ ਡਰੈਸ ਪਹਿਨੀ ਹੋਈ ਸੀ। ਸੋ ਅਗਲਾ ਇੱਕ ਹੋਰ ਆਪਾਂ ਇਹਨੂੰ ਕਿਵੇਂ ਵਰਤ ਸਕਦੇ ਹਾਂ, ਇਟ ਮੀਨਸ ਟੂ ਪ੍ਰੈਜ਼ੈਂਟ ਔਰ ਐਕਸੀਬਿਟ ਇਨ ਦ ਫਾਰਮ ਆਫ ਫੇਸ਼ੀਅਲ ਐਕਸਪ੍ਰੈਸ਼ਨ। ਦੇਖੋ ਮੇਕਅਪ ਦੀ ਗੱਲ ਆ ਗਈ। ਫੋਰ ਐਗਜ਼ਾਮਪਲ ਸ਼ੀ ਵੋਰ ਅ ਸਮਾਈਲ ਔਨ ਹਰ ਫੇਸ। ਇੱਥੇ ਇਹ ਫੇਸ਼ੀਅਲ ਐਕਸਪ੍ਰੈਸ਼ਨ ਦੀ ਵੀ ਗੱਲ ਕਰ ਰਹੀ ਹੈ, ਪਰ ਆਪਾਂ ਮੇਕਅਪ ਦੀ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ। ਜਿਵੇਂ ਮੈਂ ਕਹਿੰਦਾ ਸ਼ੀ ਵੋਰ ਅ ਸਮਾਈਲ ਔਨ ਹਰ ਫੇਸ, ਮੀਨਸ ਉਸਦੇ ਚਿਹਰੇ 'ਤੇ ਸਮਾਈਲ ਸੀ। ਸੋ ਆਪਾਂ ਵੋਰ ਨੂੰ ਇਸ ਤਰ੍ਹਾਂ ਵੀ ਯੂਜ਼ ਕਰ ਸਕਦੇ ਹਾਂ ਜੇ ਆਪਣੀ ਕਿਸੇ ਦੇ ਐਕਸਪ੍ਰੈਸ਼ਨ ਦੀ ਗੱਲ ਦੱਸਣੀ ਹੋਵੇ। ਵਾਟ ਇਜ਼ ਦ ਨੈਕਸਟ ਵਨ। ਇਟ ਇਜ਼ ਯੂਜ਼ ਟੂ ਰੈਫਰ ਦ ਥਿੰਗਸ ਐਜ਼ ਡੈਮੇਜਡ ਔਰ ਡਿਸਟਰੋਇਡ। ਫੋਰ ਐਗਜ਼ਾਮਪਲ ਦ ਪਾਈਪ ਇਨ ਦ ਗਾਰਡਨ ਹੈਜ਼ ਬੋਰਨ ਆਊਟ। ਮੀਨਸ ਆਪਾਂ ਉਹ ਚੀਜ਼ਾਂ ਬਾਰੇ ਵੀ ਦੱਸ ਸਕਦੇ ਹਾਂ ਜਿਹੜੀਆਂ ਚੀਜ਼ਾਂ ਡੈਮੇਜਡ ਹੋ ਚੁੱਕੀਆਂ ਨੇ, ਖਰਾਬ ਹੋ ਚੁੱਕੀਆਂ ਨੇ, ਜਾਂ ਬਿਲਕੁਲ ਖਤਮ ਹੋ ਚੁੱਕੀਆਂ ਨੇ। ਜਿਵੇਂ ਇੱਥੇ ਦੇਖੋ ਇਸਨੇ ਥਰਡ ਫਾਰਮ ਯੂਜ਼ ਕੀਤੀ ਹੈ ਵੀਅਰ ਦੀ। ਸੋ ਆਪਾਂ ਕਹਿ ਸਕਦੇ ਹਾਂ ਕਿ ਜੋ ਪਾਈਪ ਸੀ ਗਾਰਡਨ ਦੇ ਵਿੱਚ ਪਾਈਪ ਸੀ, ਉਹ ਬਿਲਕੁਲ ਖਤਮ ਹੋ ਚੁੱਕੇ ਨੇ, ਡੈਮੇਜ ਹੋ ਚੁੱਕੇ ਨੇ। ਸੋ ਦਿਸ ਇਜ਼ ਦ ਥਰਡ ਫਾਰਮ। ਸੋ ਵਿਚ ਇਜ਼ ਦ ਲਾਸਟ ਵਨ। ਇਟ ਮੀਨਸ ਟੂ ਵਿਦਸਟੈਂਡ ਔਰ ਐਂਡਿਓਰ ਇਨ ਅ ਸਪੈਸੀਫਾਈਡ ਵੇ। ਕਿਸੇ ਚੀਜ਼ ਦਾ ਮੀਨਸ ਕੋਈ ਚੀਜ਼ ਕਿਸ ਤਰ੍ਹਾਂ ਦੀ ਲੱਗ ਰਹੀ ਹੈ। ਜਦੋਂ ਕੋਈ ਵੀ ਚੀਜ਼ ਆਪਾਂ ਕਹਿ ਦਿੰਦੇ ਹਾਂ ਕਿ ਉਹ ਚੀਜ਼ ਕਿਸ ਤਰ੍ਹਾਂ ਦੀ ਲੱਗ ਰਹੀ ਹੈ। ਵਿਦਸਟੈਂਡ ਦਾ ਮਤਲਬ ਕੋਈ ਚੀਜ਼ ਕਿਸ ਤਰ੍ਹਾਂ ਲੱਗ ਰਹੀ ਹੈ, ਕਿਹੜੇ ਪੋਜੀਸ਼ਨ ਦੇ ਵਿੱਚ ਉਹ ਹੈ। ਫੋਰ ਐਗਜ਼ਾਮਪਲ ਦ ਟਾਇਰਸ ਆਰ ਵੀਅਰਿੰਗ ਵੈਲ। ਇਹਨਾਂ ਨੇ ਕਿਹਾ ਕਿ ਟਾਇਰਸ ਆਰ ਵੀਅਰਿੰਗ ਵੈਲ ਮੀਨਸ ਟਾਇਰ ਬਹੁਤ ਵਧੀਆ ਲੱਗ ਰਹੇ ਸਨ। ਸੋ ਵੀ ਸੇ ਦੈਟ ਐਨ ਐਨੀਮਲ ਵੀਅਰਸ ਅ ਕੋਟ। ਆਪਾਂ ਕਹਿ ਸਕਦੇ ਹਾਂ ਕਿ ਇੱਕ ਐਨੀਮਲ ਨੇ ਇੱਕ ਕੋਟ ਪਹਿਨਿਆ ਹੋਇਆ। ਮੀਨਸ ਬਿਕੋਜ਼ ਦ ਫਰ ਔਰ ਦ ਹੇਅਰ, ਜੋ ਫਰ ਜਾਂ ਹੇਅਰ ਬੋਲਦੇ ਹਾਂ ਆਪਾਂ, ਮੀਨਸ ਜੋ ਸਕਿਨ ਦੇ ਉੱਪਰ ਹੁੰਦੇ ਨੇ ਕਿਸੇ ਵੀ ਐਨੀਮਲ ਦੇ, ਉਹਨੂੰ ਬੋਲਦੇ ਹਾਂ ਫਰ। ਜਿਵੇਂ ਭਾਲੂ ਵਗੈਰਾ ਦੇ ਉੱਪਰ ਹੁੰਦੇ ਨੇ, ਉਹਨਾਂ ਨੂੰ ਵੀ ਆਪਾਂ ਫਰ ਬੋਲਦੇ ਨੇ, ਜਾਂ ਫੌਕਸ ਹੋ ਜਾਂਦੀ ਹੈ। ਆਪਾਂ ਕਿਉਂ ਕਹਿੰਦੇ ਹਾਂ ਦੈਟ ਕਵਰਸ ਹਿਸ ਬੋਡੀ ਲੁੱਕ ਲਾਈਕ ਅ ਕੋਟ। ਕਿਉਂਕਿ ਜੋ ਫਰ ਹੁੰਦਾ ਹੈ ਉਹ ਇੱਕ ਇਸ ਤਰ੍ਹਾਂ ਲੱਗਦਾ ਜਿਵੇਂ ਕਿ ਉਸਨੇ ਕੋਟ ਪਹਿਨਿਆ ਹੋਵੇ। ਇਟ ਗਿਵਸ ਦ ਇੰਪ੍ਰੈਸ਼ਨ ਦੈਟ ਦ ਐਨੀਮਲ ਇਜ਼ ਐਕਚੁਅਲੀ ਵੇਅਰਿੰਗ ਅ ਕੋਟ। ਇਸ ਤਰ੍ਹਾਂ ਹੀ ਇੰਪ੍ਰੈਸ਼ਨ ਦਿੰਦਾ। ਇੰਪ੍ਰੈਸ਼ਨ ਮਤਲਬ ਹੁੰਦਾ ਕਿਸੇ ਚੀਜ਼ ਵਰਗਾ ਲੱਗਣਾ। ਸੋ ਇੰਪ੍ਰੈਸ਼ਨ ਦਿੰਦਾ ਇਸ ਤਰ੍ਹਾਂ ਦਾ ਕਿ ਉਸਨੇ ਇੱਕ ਕੋਟ ਪਹਿਨਿਆ ਹੋਵੇ। ਤਾਂ ਕਰਕੇ ਆਪਾਂ ਵੀਅਰਸ ਵਰਡ ਯੂਜ਼ ਕਰਦੇ ਹਾਂ ਇੱਕ ਐਨੀਮਲ ਵਾਸਤੇ। ਸੋ these were the two question answers which you have to write on your fair notebook, and we will discuss the another portion of this poem in the next video. Hope you understand the questions as well as the poem. Thank you very much.